ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਭਾਰਤ 600 ਈਸਵੀ ਪੂਰਵ ਤੋਂ 400 ਈਸਵੀ ਪੂਰਵ ਤੱਕ। ਤੇ ਇਹਦੇ ਵਿੱਚ ਆਪਾਂ ਗੱਲ ਕੀਤੀ ਸੀ ਜਨਪਦ ਤੇ ਮਹਾਜਨਪਦਾਂ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਆਪਾਂ ਦੇਖਿਆ ਸੀ ਕਿ ਕਿਹੜੇ ਰਾਜ ਨੇ ਜਿਹੜੇ ਜਾਂ ਕਿਹੜੇ ਜਨਪਦ ਨੇ ਜਿਹੜੇ ਮਹਾਜਨਪਦਾਂ ਦਾ ਰੂਪ ਧਾਰਨ ਕਰ ਗਏ। ਹੌਲੀ ਹੌਲੀ ਜਿਹੜੀ ਉਹਨਾਂ ਦੀ ਜਿਹੜੀ ਸ਼ਕਤੀ ਦਾ ਉਥਾਨ ਹੁੰਦਾ ਗਿਆ ਤੇ ਉਹ ਜਿਹੜਾ ਮਹਾਜਨਪਦਾਂ ਦੇ ਵਿੱਚ ਤਬਦੀਲ ਹੋ ਗਏ। ਇਹਦੇ ਵਿੱਚ ਆਪਾਂ ਅੱਜ ਦੇਖਾਂਗੇ ਕਿ ਜਿਹੜਾ ਮਗਧ ਹੈਗਾ ਉਹਨੇ ਉਸ ਟਾਈਮ ਦੇ ਜਿਹੜੇ ਮਹਾਜਨਪਦ ਸੀਗੇ ਜਿਨ੍ਹਾਂ ਦੇ ਵਿੱਚ ਕੌਸ਼ਲ, ਵਤਸ ਤੇ ਅਵੰਤੀ ਜਿਹੜੇ ਸ਼ਾਮਲ ਸੀ ਉਹਨਾਂ ਨੂੰ ਵੀ ਆਪਣੇ ਅਧੀਨ ਕਰ ਲਿਆ। ਤੇ ਇਹ ਕਿਸ ਤਰ੍ਹਾਂ ਮਤਲਬ ਅੱਗੇ ਚੱਲ ਕੇ ਉਹਦੇ ਵਿੱਚ ਕਿਹੜਾ ਸਾਮਰਾਜ ਹੋਇਆ ਜਿਹੜਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ ਤੇ ਉਸ ਦੇ ਵਿੱਚ ਜਿਹੜੇ ਕਿਹੜੇ ਕਿਹੜੇ ਸ਼ਾਸਕ ਹੋਏ ਨੇ ਜਿਹੜੇ ਕਿ ਉਸ ਟਾਈਮ ਤੇ ਜਿਹੜਾ ਮਗਧ ਦਾ ਉਥਾਨ ਕਰਨ ਦੇ ਵਿੱਚ ਜਿਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ। ਤੇ ਇਹਨਾਂ ਦੇ ਬਾਰੇ ਵਿੱਚ ਅੱਜ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ। ਇਹਦੇ ਵਿੱਚ ਆਪਾਂ ਦੇਖਾਂਗੇ ਜਿਹੜਾ ਮਗਧ ਦਾ ਉਥਾਨ। ਇਹਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਮਗਧ ਹੈਗਾ ਉਹ ਬਿਹਾਰ ਪ੍ਰਾਂਤ ਦੇ ਜਿਹੜਾ ਗਿਆ ਤੇ ਜਿਹੜੇ ਪਟਨਾ ਇਲਾਕੇ ਹੋਏ ਨੇ ਜਾਂ ਜ਼ਿਲ੍ਹੇ ਹੋਏ ਨੇ ਉਹਨਾਂ ਦੇ ਵਿੱਚ ਸਥਿਤ ਹੈਗਾ ਤੇ ਇਹਦੇ ਜਿਹੜਾ ਵੰਸ਼ ਹੋਇਆ ਨੇ ਸਭ ਤੋਂ ਜ਼ਿਆਦਾ ਜਿਹੜਾ ਸ਼ਕਤੀਸ਼ਾਲੀ ਵੰਸ਼ ਹੋਇਆ, ਜਿਹੜਾ ਸਭ ਤੋਂ ਪਹਿਲਾ ਵੰਸ਼ ਸੀਗਾ ਉਹ ਹੈਗਾ ਹਰੀਅਕ ਵੰਸ਼। ਪਹਿਲਾ ਵੰਸ਼ ਕਹਿਣ ਤੋਂ ਭਾਵ ਜਿਹੜਾ ਸ਼ਕਤੀਸ਼ਾਲੀ ਵੰਸ਼ ਸੀਗਾ। ਤੇ ਇਹਦੇ ਵਿੱਚ ਸ਼ਾਸਕ ਹੋਇਆ ਬਿੰਬਿਸਾਰ, ਜਿਨ੍ਹਾਂ ਦੇ ਟਾਈਮ ਤੇ ਜਿਹੜਾ ਮਗਧ ਦਾ ਜਿਹੜਾ ਬਹੁਤ ਜ਼ਿਆਦਾ ਉਥਾਨ ਦੇਖਣ ਨੂੰ ਮਿਲਦਾ ਹੈ। ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਮਗਧ ਜਿਹੜਾ ਇਸ ਰਾਜੇ ਦੇ ਟਾਈਮ ਤੇ ਬਣਦਾ ਹੈ। ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਇਹਨਾਂ ਦੇ ਜਿਹੜੇ ਉੱਤਰਾਧਿਕਾਰੀ ਹੋਏ ਨੇ ਅਜਾਤ ਸ਼ਤਰੂ, ਉਹਨਾਂ ਦੇ ਟਾਈਮ ਤੇ ਵੀ ਇਹ ਸਾਮਰਾਜ ਦਾ ਜਿਹੜਾ ਲਗਾਤਾਰ ਵਿਸਥਾਰ ਹੁੰਦਾ ਹੈਗਾ ਤੇ ਬਿੰਬਿਸਾਰ ਜੋ ਨੇ ਉਹਨਾਂ ਦਾ ਟਾਈਮ 543 ਤੋਂ 492 ਈਸਵੀ ਪੂਰਵ ਜਿਹੜਾ ਹੈਗਾ ਰਿਹਾ ਹੈ। ਤੇ ਇਹ ਜਿਹੜੇ ਮਹਾਤਮਾ ਬੁੱਧ ਜਿਹੜੇ ਹੋਏ ਨੇ ਉਸ ਟਾਈਮ ਦੇ ਸਮਾਜ ਸੁਧਾਰਕ ਤੇ ਉਹਨਾਂ ਦੇ ਸਮਕਾਲੀਨ ਰਹੇ ਨੇ, ਜਾਂ ਜਿਨ੍ਹਾਂ ਨੂੰ ਆਪਾਂ ਸਿਧਾਰਥ ਬੁੱਧ ਜਾਂ ਗੌਤਮ ਬੁੱਧ ਦੇ ਨਾਮ ਨਾਲ ਵੀ ਜਾਣਦੇ ਹਾਂ, ਮਹਾਤਮਾ ਬੁੱਧ ਨੂੰ। ਤੇ ਇਹ ਜਿਹੜੀ ਉਸ ਟਾਈਮ ਤੇ ਇਹਨਾਂ ਦੀ ਰਾਜਧਾਨੀ ਜਿਹੜੀ ਨਾਲੰਦਾ ਦੇ ਨੇੜੇ ਰਾਜਗੀਰ ਸੀਗੀ, ਜਿਸ ਨੂੰ ਜਿਹੜਾ ਰਾਜਗੀਰ ਤੋਂ ਬਾਅਦ ਪਾਟਲੀਪੁੱਤਰ ਆਪਣੀ ਰਾਜਧਾਨੀ ਟ੍ਰਾਂਸਫਰ ਕੀਤੀ ਗਈ। ਇਹਨਾਂ ਦੇ ਜਿਹੜਾ ਉੱਤਰਾਧਿਕਾਰੀ ਹੋਏ ਨੇ ਅਜਾਤ ਸ਼ਤਰੂ। ਜੇ ਆਪਾਂ ਅਜਾਤ ਸ਼ਤਰੂ ਦੀ ਗੱਲ ਕਰੀਏ ਤਾਂ ਜਿਹੜੇ ਇਹ ਬਿੰਬਿਸਾਰ ਦੇ ਪੁੱਤਰ ਸੀਗੇ ਤੇ ਇਹਨਾਂ ਨੇ ਕਾਸ਼ੀ, ਕੌਸ਼ਲ ਤੇ ਵੈਸ਼ਾਲੀ ਜਿਹੜੇ ਉਸ ਟਾਈਮ ਦੇ ਦੂਸਰੇ ਜਿਹੜੇ ਮਹਾਜਨਪਦ ਹੋਏ ਨੇ ਉਹਨਾਂ ਨੂੰ ਆਪਣੇ ਜਿਹੜਾ ਅਧੀਨ ਕੀਤਾ ਸੀ। ਉਹਨਾਂ ਨੂੰ ਹਰਾ ਕੇ ਜਿਹੜਾ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ। ਤੇ ਇਹਨਾਂ ਨੇ ਜਿਹੜਾ ਆਪਣੀ ਨਵੀਂ ਰਾਜਧਾਨੀ ਪਾਟਲੀਪੁੱਤਰ ਵਿੱਚ ਟ੍ਰਾਂਸਫਰ ਕਰ ਲਈ ਸੀ, ਜਿਹੜੀ ਕਿ ਪਹਿਲਾਂ ਰਾਜਗੀਰ ਦੇ ਵਿੱਚ ਸੀਗੀ। ਉਸ ਦੇ ਜਿਹੜਾ ਸਮੇਂ ਤੋਂ ਜਿਹੜਾ ਮਗਧ ਦਾ ਉਥਾਨ ਆਪਾਂ ਨੂੰ ਹੋਰ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਜਿਹੜਾ ਮਗਧ ਹੈਗਾ ਹੋਰ ਜ਼ਿਆਦਾ ਜਿਹੜਾ ਸ਼ਕਤੀਸ਼ਾਲੀ ਹੁੰਦਾ ਜਾਂਦਾ ਹੈ ਇਸ ਰਾਜੇ ਦੇ ਟਾਈਮ ਤੇ। ਹੌਲੀ ਹੌਲੀ ਜਿਹੜਾ ਮਗਧ ਸਾਮਰਾਜ ਜਿਹੜਾ ਇੱਕ ਮਹਾਨ ਸਾਮਰਾਜ ਦੇ ਵਿੱਚ ਜਿਹੜਾ ਬਦਲਦਾ ਹੈਗਾ ਅਜਾਤ ਸ਼ਤਰੂ ਦੀ ਆਪਾਂ ਟਾਈਮ ਪੀਰੀਅਡ ਦੀ ਗੱਲ ਕਰੀਏ ਤਾਂ ਇਹ 492 ਈਸਵੀ ਤੋਂ ਜਿਹੜਾ 460 ਈਸਵੀ ਪੂਰਵ ਤੱਕ ਇਹਨਾਂ ਨੇ ਰਾਜ ਕੀਤਾ। ਇਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਸਾਮਰਾਜ ਦਾ ਜਿਹੜਾ ਵਿਘਟਨ ਹੋਣਾ ਸ਼ੁਰੂ ਹੋ ਗਿਆ। ਤੇ ਜਿਹੜੇ ਅਗਲੇ ਜਿਹੜੇ ਰਾਜੇ ਆਏ ਨੇ ਜਾਂ ਆਪਾਂ ਗੱਲ ਕਰੀਏ ਜਿਹੜੇ ਇਹਨਾਂ ਦੇ ਉੱਤਰਾਧਿਕਾਰੀ ਸੀਗੇ ਉਹ ਇੰਨੇ ਜ਼ਿਆਦਾ ਜਿਹੜੇ ਪਾਵਰਫੁਲ ਨਹੀਂ ਸੀਗੇ। ਤੇ ਹੌਲੀ ਹੌਲੀ ਜਿਹੜਾ ਸਮਾਜ ਦਾ ਵਿਘਟਨ ਹੁੰਦਾ ਸ਼ੁਰੂ ਹੋ ਗਿਆ। ਜਾਂ ਆਪਾਂ ਕਹੀਏ ਕਿ ਇਸ ਜਿਹੜਾ ਹਰੀਅਕ ਵੰਸ਼ ਹੈਗਾ ਇਹਨਾਂ ਦਾ ਜਿਹੜਾ ਪਤਨ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੇ ਰਾਜਵੰਸ਼ ਹੋਏ ਨੇ ਜਿਨ੍ਹਾਂ ਨੇ ਮਗਧ ਦੇ ਸਾਮਰਾਜ ਤੇ ਅੱਗੇ ਚੱਲ ਕੇ ਜਿਹੜਾ ਉਹਨਾਂ ਦਾ ਵਿਸਥਾਰ ਕੀਤਾ ਜਾਂ ਉਹਨੂੰ ਅੱਗੇ ਲੈ ਕੇ ਆਏ, ਤੇ ਉਹਨਾਂ ਦੇ ਵਿੱਚ ਸ਼ਿਸ਼ੂਨਾਗ ਤੇ ਨੰਦ ਜਿਹੜਾ ਨਾਂ ਦੇ ਦੋ ਵੰਸ਼ ਹੋਏ ਨੇ ਜਿਨ੍ਹਾਂ ਨੇ ਮਗਧ ਨੂੰ ਆਪਣੇ ਅਧੀਨ ਕੀਤਾ। ਤੇ ਇਹ ਜਿਹੜਾ ਸੀ ਜੇ 414 ਈਸਵੀ ਪੂਰਵ ਦੇ ਵਿੱਚ ਸ਼ਿਸ਼ੂਨਾਗ ਜਿਹੜਾ ਹੋਇਆ ਉਹਨਾਂ ਨੇ ਹਰੀਅਕ ਵੰਸ਼ ਤੇ ਜਿੱਤ ਪ੍ਰਾਪਤ ਕੀਤੀ ਸੀ। ਤੇ ਜਿਹੜੀ ਰਾਜਧਾਨੀ ਸੀ ਉਹ ਜਿਵੇਂ ਪਹਿਲਾਂ ਪਾਟਲੀਪੁੱਤਰ ਸੀਗੀ ਅਜਾਤ ਸ਼ਤਰੂ ਦੇ ਟਾਈਮ ਤੋਂ, ਤੇ ਉਹਨਾਂ ਨੇ ਵੀ ਪਾਟਲੀਪੁੱਤਰ ਨੂੰ ਹੀ ਜਿਹੜਾ ਰਾਜਧਾਨੀ ਦੇ ਤੌਰ ਤੇ ਰੱਖਿਆ। ਨੰਦ ਜਿਹੜੇ ਹੋਏ ਨੇ ਉਹਨਾਂ ਨੇ ਸ਼ਿਸ਼ੂਨਾਗ ਵੰਸ਼ ਦਾ ਜਿਹੜਾ ਅੰਤ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਨੰਦ ਵੰਸ਼ ਮਗਧ ਦੇ ਉੱਪਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਨੰਦ ਵੰਸ਼ ਦੀ ਭੂਮਿਕਾ ਮਗਧ ਦੇ ਉੱਪਰ ਦੇਖਣ ਨੂੰ ਮਿਲਦੀ ਹੈਗੀ ਹੈ। ਜੇ ਆਪਾਂ ਨੰਦ ਵੰਸ਼ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਮਹਾਨ ਸ਼ਾਸਕ ਹੋਇਆ ਨੰਦ ਵੰਸ਼ ਦਾ, ਉਹਦੇ ਵਿੱਚ ਮਹਾਪਦਮਾਨੰਦ ਜਿਹੜੇ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ। ਤੇ ਉਸ ਤੋਂ ਬਾਅਦ ਇੱਕ ਜਿਹੜਾ ਅੰਤਿਮ ਰਾਜਾ ਹੋਇਆ ਜਿਸ ਨੂੰ ਹਰਾਉਣ ਤੋਂ ਬਾਅਦ ਚੰਦਰਗੁਪਤ ਮੌਰਿਆ ਨੇ ਮੌਰਿਆ ਸਾਮਰਾਜ ਦਾ ਜਿਹੜਾ ਨੀਂਹ ਰੱਖੀ ਤੇ ਉਹ ਹੈਗਾ ਸੀ ਧਨਨੰਦ। ਇਸ ਵੰਸ਼ ਦਾ ਜਿਹੜਾ ਆਖਰੀ ਰਾਜਾ ਹੋਇਆ ਤੇ ਇਹਦੇ ਕੋਲ 2 ਲੱਖ ਪੈਦਲ ਸੈਨਾ, 20,000 ਘੋੜਸਵਾਰ, 3,000 ਹਾਥੀ ਤੇ 2,000 ਰੱਥ ਸੀਗੇ। ਇਹ ਇਸ ਰਾਜੇ ਕੋਲ ਇੰਨਾ ਜ਼ਿਆਦਾ ਮਤਲਬ ਹੋਣ ਦੇ ਬਾਵਜੂਦ ਵੀ ਜਿਹੜਾ ਆਪਣੀ ਜਿਹੜੀ ਜਨਤਾ ਸੀਗੀ ਜਾਂ ਪ੍ਰਜਾ ਦੀ ਗੱਲ ਕਰ ਰਹੇ ਆਪਾਂ ਤੇ ਉਹਨਾਂ ਦੇ ਵਿੱਚ ਹਰਮਨ ਪਿਆਰੇ ਨਹੀਂ ਹੋ ਸਕੇ, ਕਿਉਂਕਿ ਇਹ ਜਿਹੜਾ ਸ਼ਾਸਕ ਸੀਗਾ ਇਹ ਜਿਹੜਾ ਬਹੁਤ ਜ਼ਿਆਦਾ ਨਿਰੰਕੁਸ਼ ਸੀਗਾ, ਜਾਂ ਆਪਾਂ ਕਹਿ ਲਈਏ ਕਿ ਮਨਮਰਜ਼ੀ ਦਾ ਸ਼ਾਸਨ ਕਰਦਾ ਸੀ ਜਨਤਾ ਦੇ ਉੱਪਰ। ਕਾਫੀ ਜ਼ਿਆਦਾ ਮਾਤਰਾ ਵਿੱਚ ਟੈਕਸ ਵਗੈਰਾ ਲਗਾਉਂਦਾ ਸੀ ਤੇ ਜਨਤਾ ਜਿਹੜੀ ਇਹਨਾਂ ਤੋਂ ਜਿਹੜਾ ਉਬ ਚੁੱਕੀ ਸੀ। ਉਹ ਚਾਹੁੰਦੇ ਸੀ ਕਿ ਜਿਹੜਾ ਕੋਈ ਹੋਰ ਮਤਲਬ ਵੰਸ਼ ਜਿਹੜਾ ਇਹਨਾਂ ਦੇ ਉੱਪਰ ਜਿਹੜੀ ਜਨਤਾ ਹੈਗੀ ਉਹਨਾਂ ਦੇ ਉੱਪਰ ਰਾਜ ਕਰੇ। ਤਾਂ ਉਹ ਜਨਤਾ ਜਿਹੜੀ ਉਹ ਦਿਲੋਂ ਚਾਹੁੰਦੀ ਸੀ ਕਿ ਜਿਹੜਾ ਇਸ ਵੰਸ਼ ਦਾ ਅੰਤ ਹੋ ਜਾਵੇ, ਕਿਉਂਕਿ ਇਹ ਜਿਹੜਾ ਰਾਜਾ ਹੈਗਾ ਇਹ ਬਹੁਤ ਜ਼ਿਆਦਾ ਅਤਿਆਚਾਰੀ ਸੀਗਾ, ਆਪਾਂ ਕਹਿ ਸਕਦੇ ਹਾਂ। ਜਿਹੜੇ ਵੀ ਨੰਦ ਵੰਸ਼ ਦੇ ਰਾਜੇ ਨੇ ਉਹਨਾਂ ਨੇ ਗੰਗਾ ਦਾ ਜਿੰਨਾ ਵੀ
ਮੈਦਾਨੀ ਇਲਾਕਾ ਸੀ ਸਾਰਾ ਆਪਣੇ ਇਹਦਾ ਅਧੀਨ ਜਿਹੜਾ ਉਹ ਕਰ ਲਿਆ ਸੀਗਾ। ਇਸ ਤੋਂ ਬਾਅਦ ਆਪਾਂ ਮੈਪ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮਹਾਜਨਪਦ ਹੋਏ ਨੇ ਉਹ ਕਿਹੜੇ ਕਿਹੜੇ ਹੈਗੇ ਨੇ। ਇਹਨਾਂ ਦੇ ਵਿੱਚ ਆਪਾਂ ਪਹਿਲਾਂ ਤਾਂ ਮਗਧ ਦੀ ਗੱਲ ਕਰਾਂਗੇ, ਤੇ ਜਿਹੜਾ ਮਗਧ ਹੈਗਾ ਏ ਉਹ ਬਿਹਾਰ ਦੇ ਵਿੱਚ ਇਸ ਜਗ੍ਹਾ ਤੇ ਜਿਹੜਾ ਲੋਕੇਟਡ ਹੈਗਾ ਏ, ਤੇ ਇਹਦੀ ਜਿਹੜੀ ਪਹਿਲੀ ਰਾਜਧਾਨੀ ਸੀ ਰਾਜਗੀਰ, ਤੇ ਬਾਅਦ ਵਿੱਚ ਜਿਹੜੀ ਅਜਾਤਸ਼ਤਰੂ ਦੇ ਟਾਈਮ ਤੇ ਪਾਟਲੀਪੁੱਤਰ ਵਿੱਚ ਟ੍ਰਾਂਸਫਰ ਕਰ ਲਈ ਗਈ ਸੀ। ਇਹਦੇ ਵਿੱਚ ਬਾਅਦ ਚ ਆਪਾਂ ਜਿਹੜੇ ਬਾਕੀ ਜਨਪਦ ਨੇ ਮਹਾਜਨਪਦ ਜਾਂ ਜਨਪਦ ਨੇ ਉਹਨਾਂ ਦੇ ਵੀ ਆਪਾਂ ਵੇਖਾਂਗੇ ਕਿ ਉਹ ਕਿੱਥੇ ਕਿੱਥੇ ਸਥਿਤ ਹੈਗੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀ ਕੰਬੋਜ ਹੈਗਾ ਇਹ ਆਧੁਨਿਕ ਭਾਰਤ ਤੋਂ ਜਿਹੜਾ ਬਾਹਰ ਹੈਗਾ ਏ, ਜਾਂ ਆਪਾਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਇਸ ਟਾਈਮ ਤੇ ਮੌਜੂਦ ਹੈਗਾ ਏ। ਜੇ ਆਪਾਂ ਗੰਦਾਰ ਦੀ ਗੱਲ ਕਰੀਏ ਤਾਂ ਇਹ ਅਫਗਾਨਿਸਤਾਨ ਦੇ ਵਿੱਚ ਇਹਦੀ ਜਿਹੜਾ ਇਸ ਟਾਈਮ ਤੇ ਮੌਜੂਦ ਹੈਗਾ ਏ। ਇਸ ਤੋਂ ਬਾਅਦ ਗੱਲ ਕਰਾਂਗੇ ਕੁਰੂ ਦੀ, ਜਿਹੜਾ ਕੁਰੂ ਹੈਗਾ ਏ ਉਹ ਇਸ ਜਗ੍ਹਾ ਤੇ ਦੇਖਣ ਨੂੰ ਮਿਲਦਾ ਹੈ। ਤੇ ਇਸ ਤੋਂ ਬਾਅਦ ਸੂਰਸੇਨ, ਪੰਚਾਲ, ਮਲ, ਕੌਸ਼ਲ, ਅੰਗ, ਲਿਸ਼ਵੀ, ਕਾਸ਼ੀ, ਵਿਦੇਹ, ਵਤਸ, ਚੇਂਦੀ, ਅਵੰਤੀ, ਮਤਸ, ਤੇ ਜਿਹੜੇ ਜਨਪਦ ਨੇ ਜਿਹੜੇ ਉੱਤਰ ਭਾਰਤ ਦੇ ਵਿੱਚ ਹੈਗੇ ਨੇ। ਤੇ ਇਸ ਤੋਂ ਬਾਅਦ ਜੇ ਆਪਾਂ ਦੱਖਣ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਅਸ਼ਮਕ ਕੁੱਲਾ ਹੈਗਾ ਏ ਮਹਾਜਨਪਦ, ਜਿਹੜਾ ਕਿ ਆਪਾਂ ਨੂੰ ਦੱਖਣ ਭਾਰਤ ਦੇ ਵਿੱਚ ਇਹਦੀ ਸਥਿਤੀ ਜਿਹੜੀ ਦੇਖਣ ਨੂੰ ਮਿਲਦੀ ਹੈਗੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਰਾਜਨੀਤਿਕ ਜੀਵਨ ਦੇ ਸ਼ਾਸਨ ਪ੍ਰਬੰਧ ਦੇ ਬਾਰੇ ਵਿੱਚ। ਆਪਾਂ ਦੇਖਣ ਨੂੰ ਮਿਲਦਾ ਹੈਗਾ ਉਸ ਟਾਈਮ ਦੇ ਜਿਹੜੇ ਵੱਡੇ ਵੱਡੇ ਜਿਹੜੇ ਸ਼ਹਿਰਾਂ ਦਾ ਜਿਹੜੀ ਸਥਾਪਨਾ ਹੋ ਚੁੱਕੀ ਸੀ। ਇਹਨਾਂ ਸ਼ਹਿਰਾਂ ਨੂੰ ਜਿਹੜਾ ਪੁਰ ਨਗਰ ਜਾਂ ਫਿਰ ਮਹਾਨਗਰ ਬੋਲਿਆ ਜਾਂਦਾ ਸੀ। ਇਹਦੇ ਵਿੱਚ ਜਿਹੜੇ ਪੁਰ ਸੀਗੇ ਉਹ ਜਿਹੜੇ ਛੋਟੇ ਸ਼ਹਿਰ ਜਿਹਨੂੰ ਆਪਾਂ ਬੋਲ ਸਕਦੇ ਹੋ ਸੀ, ਜਾਂ ਫਿਰ ਨਗਰ ਦੀ ਗੱਲ ਕਰੀਏ ਤਾਂ ਜਿਹੜੇ ਮੀਡੀਅਮ ਸਾਈਜ਼ ਵਾਲੇ ਜਿਹੜੇ ਹੁੰਦੇ ਸੀ ਉਹ ਸੀ। ਤੇ ਇਸ ਤੋਂ ਬਾਅਦ ਜਿਹੜੇ ਮਹਾਨਗਰਾਂ ਦੀ ਗੱਲ ਕਰਦੇ ਹਾਂ ਤੇ ਜਿਹੜੇ ਇਹ ਬਹੁਤ ਜ਼ਿਆਦਾ ਵੱਡੇ ਹੁੰਦੇ ਸੀਗੇ। ਇਹਦੇ ਵਿੱਚ ਜਿਹੜੇ ਮੁੱਖ ਹੈਗੇ ਨੇ ਉਹਨਾਂ ਵਿੱਚ ਹੈਗਾ ਇਹ ਵਾਰਾਣਸੀ, ਰਾਜਗੀਰ, ਸ਼ਰਾਵਸਤੀ, ਕੋਸਾਂਬੀ, ਵੈਸ਼ਾਲੀ, ਚੰਪਾ, ਉਜੈਨੀ, ਤਕਸ਼ਿਲਾ, ਅਯੋਧਿਆ, ਮਥੁਰਾ ਤੇ ਪਾਟਲੀਪੁੱਤਰ। ਇਹ ਮੁੱਖ ਤੌਰ ਤੇ ਆਪਾਂ ਨੂੰ ਰਾਜਧਾਨੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਉਸ ਟਾਈਮ ਦੇ ਜਿਹੜੇ ਮੁੱਖ ਜਿਹੜੇ ਨਗਰ ਸੀਗੇ ਉਹਨਾਂ ਦੇ ਵਿੱਚ। ਇਸ ਟਾਈਮ ਨੂੰ ਜਿਹੜਾ ਇਸ ਕਾਲ ਨੂੰ ਦੂਜਾ ਨਗਰੀਕਰਨ ਵੀ ਬੋਲਿਆ ਜਾਂਦਾ। ਜਿਹੜਾ ਪਹਿਲੇ ਨਗਰੀਕਰਨ ਆਪਾਂ ਦੇਖਿਆ ਹੈ ਕਿ ਹੜੱਪਾ ਸੱਭਿਅਤਾ ਜਿਹੜੀ ਹੈਗੀ ਹੈ ਉਸ ਟਾਈਮ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਸੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸ਼ਾਸਨ ਪ੍ਰਬੰਧ ਦੇ ਬਾਰੇ ਵਿੱਚ ਤਾਂ ਇਹਦੇ ਵਿੱਚ ਜਿਹੜਾ ਰਾਜਾ ਸੀ ਜਿਹੜੇ ਬਹੁਤ ਸ਼ਕਤੀਸ਼ਾਲੀ ਹੁੰਦੇ ਸੀ। ਤੇ ਜਿਹੜੇ ਰਾਜੇ, ਜੇ ਆਪਾਂ ਲੜਾਈਆਂ ਦੇ ਟਾਈਮ ਦੀ ਗੱਲ ਕਰੀਏ ਤਾਂ ਜਿਹੜਾ ਸੈਨਾ ਦਾ ਜਿਹੜਾ ਸੈਨਾਪਤੀ ਵੀ ਜਿਹੜਾ ਮੁੱਖ ਤੌਰ ਤੇ ਰਾਜਾ ਹੀ ਦੇਖਣ ਨੂੰ ਮਿਲਦਾ ਹੈ, ਜਿਹੜਾ ਸੈਨਾ ਦੀ ਅਗਵਾਈ ਕਰਦਾ ਸੀ। ਜਿਹੜਾ ਟੈਕਸ ਲਗਾਉਣਾ ਜਾਂ ਫਿਰ ਨਿਆਂ ਕਰਨਾ ਵੀ ਜਿਹੜਾ ਰਾਜੇ ਦਾ ਹੀ ਕੰਮ ਹੁੰਦਾ ਸੀਗਾ। ਤੇ ਸ਼ਾਸਨ ਪ੍ਰਬੰਧ ਨੂੰ ਚਲਾਉਣ ਲਈ ਜਿਹੜਾ ਰਾਜੇ ਦੇ ਕੋਲ ਜਿਹੜਾ ਕਾਫੀ ਮਾਤਰਾ ਵਿੱਚ ਜਿਹੜਾ ਕਾਫੀ ਗਿਣਤੀ ਵਿੱਚ ਸਾਰੀ ਅਧਿਕਾਰੀ ਵਗੈਰਾ ਹੁੰਦੇ ਸੀਗੇ, ਤੇ ਜਿਨ੍ਹਾਂ ਦੇ ਵਿੱਚ ਜਿਹੜਾ ਪ੍ਰੋਹਿਤ ਮੁੱਖ ਸੀਗਾ, ਇਹ ਧਾਰਮਿਕ ਸਲਾਹਕਾਰ ਹੁੰਦਾ ਸੀ ਰਾਜੇ ਦਾ। ਉਸ ਤੋਂ ਬਾਅਦ ਸੈਨਾਪਤੀ ਸੀਗਾ ਜਿਹੜਾ ਸੈਨਾ ਦਾ ਜਿਹੜਾ ਅਗਵਾਈ ਕਰਦਾ ਸੀ ਯੁੱਧ ਦੇ ਮੈਦਾਨ ਦੇ ਵਿੱਚ, ਜਿਹੜਾ ਰਾਜੇ ਤੋਂ ਬਾਅਦ ਮੁੱਖ ਹੁੰਦਾ ਸੀ ਸੈਨਾ ਦਾ। ਇਸ ਤੋਂ ਬਾਅਦ ਆਪਾਂ ਦੇਖਾਂਗੇ ਸੰਗ੍ਰਹਿਤ ਦੇ ਬਾਰੇ ਵਿੱਚ। ਖਜ਼ਾਨਚੀ ਨੂੰ ਸੰਗ੍ਰਹਿਤ ਬੋਲਿਆ ਜਾਂਦਾ ਸੀ। ਤੇ ਜੇ ਚੇਰ ਦੀ ਗੱਲ ਕਰੀਏ ਤਾਂ ਜਿਹੜਾ ਜਾਸੂਸ ਹੁੰਦੇ ਨੇ ਉਹਨਾਂ ਨੂੰ ਉਸ ਟਾਈਮ ਤੇ ਚੇਰ ਬੋਲਿਆ ਜਾਂਦਾ ਸੀ। ਪਿੰਡ ਦਾ ਮੁਖੀਆ ਜਿਸ ਨੂੰ ਅੱਜ ਦੇ ਟਾਈਮ ਤੇ ਸਰਪੰਚ ਬੋਲਿਆ ਜਾਂਦਾ ਹੈ, ਉਸ ਟਾਈਮ ਤੇ ਉਸਨੂੰ ਗ੍ਰਾਮਣੀ ਬੋਲਿਆ ਜਾਂਦਾ ਸੀ। ਇਸ ਤੋਂ ਬਾਅਦ ਦੇਖਾਂਗੇ ਕਿ ਜਿਹੜੇ ਇਹ ਜਿੰਨੇ ਵੀ ਮਤਲਬ ਅਧਿਕਾਰੀ ਹੁੰਦੇ ਸੀ ਇਹ ਜਿਹੜਾ ਮੰਤਰੀ ਪ੍ਰੀਸ਼ਦ ਦੇ ਵਿੱਚ ਉਸ ਟਾਈਮ ਤੇ ਜਿਹੜੇ ਰਾਜੇ ਦੀ ਮੰਤਰੀ ਪ੍ਰੀਸ਼ਦ ਸੀ ਉਹਦੇ ਵਿੱਚ ਮੈਂਬਰ ਹੁੰਦੇ ਸੀਗੇ। ਤੇ ਮੰਤਰੀਆਂ ਨੂੰ ਜਿਹੜਾ ਅਮਾਤਿਆ ਬੋਲਿਆ ਜਾਂਦਾ ਸੀ। ਅਮਾਤਿਆ ਜੇ ਆਪਾਂ ਆਨੰਦ ਵੰਸ਼ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਜਿਹੜਾ ਅਮਾਤਿਆ ਰਾਕਸ਼ ਜੋ ਹੋਏ ਨੇ ਉਹ ਉਹਨਾਂ ਦਾ ਜਿਹੜਾ ਨਾਮ ਵੇਖਣ ਨੂੰ ਆਪਾਂ ਨੂੰ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਫੇਮਸ ਜਿਹੜਾ ਅਮਾਤਿਆ ਮੰਨਿਆ ਗਿਆ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਦੇਖਣ ਨੂੰ ਮਿਲਦਾ ਹੈ। ਇਸ ਤੋਂ ਬਾਅਦ ਆਪਾਂ ਦੇਖਾਂਗੇ ਸਮਾਜਿਕ ਜੀਵਨ ਦੇ ਬਾਰੇ ਵਿੱਚ। ਜਿਹੜਾ ਸਮਾਜ ਸੀ ਉਸ ਟਾਈਮ ਦਾ ਉਹ ਚਾਰ ਜਾਤੀਆਂ ਦੇ ਵਿੱਚ ਵੰਡਿਆ ਹੋਇਆ ਸੀ, ਜਿੱਦਾਂ ਕਿ ਆਪਾਂ ਵੈਦਿਕ ਕਾਲ ਦੇ ਵਿੱਚ ਦੇਖਿਆ ਸੀਗਾ। ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਦੇਖਣ ਨੂੰ ਜਿਹੜਾ ਇਹ ਮਿਲਦੀਆਂ ਨੇ ਚਾਰ ਜਾਤੀਆਂ। ਇਹ ਜਿਹੜੀਆਂ ਜਾਤੀਆਂ ਸੀਗੀਆਂ ਕਿੱਤਿਆਂ ਦੇ ਆਧਾਰ ਤੇ ਹੋਰ ਵੀ ਅੱਗੇ ਜਿਹੜਾ ਉਪ ਜਾਤੀਆਂ ਦੇ ਵਿੱਚ ਵੰਡੀਆਂ ਗਈਆਂ ਸੀ, ਜਿਵੇਂ ਕਿ ਆਪਾਂ ਗੱਲ ਕਰਾਂਗੇ ਤਰਖਾਣ, ਲੁਹਾਰ, ਰਤਕਾਰ, ਸੁਨਿਆਰ, ਘੁਮਿਆਰ ਤੇ ਤੇਲੀਆ ਦੇ ਜਿਹੜੀਆਂ ਉਪਜਾਤੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੈ। ਜਾਤੀ ਜਿਹੜੀ ਹੈਗੀ ਹੈ ਵੈਦਿਕ ਕਾਲ ਦੇ ਵਿੱਚ ਜਿਹੜੀ ਕੰਮ ਦੇ ਆਧਾਰ ਤੇ ਜਾਂ ਆਪਾਂ ਕਰਮ ਦੇ ਆਧਾਰ ਤੇ ਜਿਹਨੂੰ ਬੋਲਦੇ ਹਾਂ ਜਾਤੀਆਂ ਹੁੰਦੀਆਂ ਸੀਗੀਆਂ। ਤੇ ਇਸ ਟਾਈਮ ਤੇ ਜਿਹੜੀਆਂ ਜਾਤੀਆਂ ਨੇ ਉਹ ਜਨਮ ਦੇ ਆਧਾਰ ਤੇ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ। ਵੈਦਿਕ ਕਾਲ ਦੇ ਮੁਕਾਬਲੇ 'ਚ ਜਿਹੜੀ ਜਾਤੀ ਪ੍ਰਥਾ ਸੀ ਉਹ ਕਾਫੀ ਜ਼ਿਆਦਾ ਕਠੋਰ ਹੋ ਗਈ ਸੀ। ਤੇ ਜਿਹੜੀ ਸ਼ੂਦਰਾਂ ਦੀ ਦਸ਼ਾ ਹੈਗੀ ਹੈ ਬਹੁਤ ਜ਼ਿਆਦਾ ਖਰਾਬ ਹੋਣ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ, ਕਿਤੇ ਦਸ਼ਾ ਜਿਹੜੀ ਉਹ ਸਮਾਜਿਕ ਦਰਜਾ ਜਿਹੜਾ ਉਹਨਾਂ ਦਾ ਡਿੱਗਦਾ ਜਾ ਰਿਹਾ ਸੀ। ਉਸ ਟਾਈਮ ਦੇ ਜਿਹੜੇ ਮਹਾਤਮਾ ਬੁੱਧ ਹੋਏ ਨੇ ਜਿਨ੍ਹਾਂ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਸੀ। ਆਪਾਂ ਦੇਖਦੇ ਹਾਂ ਕਿ ਜਿਹੜਾ ਸ਼ੂਦਰ ਹੈਗੇ ਨੇ ਵੈਦਿਕ ਕਾਲ ਦੇ ਵਿੱਚ ਵੀ ਜਿਹੜਾ ਇਹਨਾਂ ਦੀ ਦਸ਼ਾ ਜਿਹੜੀ ਸੀਗੀ ਉਹ ਸਭ ਤੋਂ ਜ਼ਿਆਦਾ ਨੀਵੀਂ ਸੀ। ਤੇ ਇਸ ਟਾਈਮ ਤੇ ਆਉਂਦੇ ਉਹ ਜਿਹੜੀ ਹੋਰ ਵੀ ਜ਼ਿਆਦਾ ਖਰਾਬ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ, ਕਿਉਂਕਿ ਜਿਹੜੇ ਉਸ ਟਾਈਮ ਤੇ ਬ੍ਰਾਹਮਣ ਸੀ ਉਹਨਾਂ ਦਾ ਕੰਮ ਵਿੱਦਿਆ ਨਾਲ ਸੰਬੰਧਿਤ ਸੀ, ਜਿਹੜਾ ਸਿੱਖਿਆ ਵਗੈਰਾ ਦੇਣੀ ਉਹਨਾਂ ਦਾ ਮੁੱਖ ਕੰਮ ਸੀਗਾ। ਇਸ ਤੋਂ ਬਾਅਦ ਖੱਤਰੀਆਂ ਦੀ ਗੱਲ ਕਰਾਂਗੇ ਤਾਂ ਇਹ ਜਿਹੜੇ ਸੀ ਯੋਧਾ ਵਰਗ ਦੇ ਨਾਲ ਸੰਬੰਧਿਤ ਸੀ। ਤੇ ਜੇ ਵੈਸ਼ ਦੀ ਗੱਲ ਕਰੀਏ ਤਾਂ ਇਹ ਕਿਰਸਾਨੀ ਵਗੈਰਾ ਦੇ ਵਿੱਚ ਜਾਂ ਵਪਾਰ ਨਾਲ ਸੰਬੰਧਿਤ ਇਹ ਲੋਕ ਸੀ। ਤੇ ਉਸ ਤੋਂ ਬਾਅਦ ਜੇ ਸ਼ੂਦਰਾਂ ਦੀ ਗੱਲ ਕਰੀਏ ਤਾਂ ਇਹ ਤਿੰਨਾਂ ਵਰਗ ਜਿਹੜੇ ਜਾਂ ਜਾਤੀਆਂ ਹੋਈਆਂ ਨੇ ਇਹਨਾਂ ਦੀ ਸੇਵਾ ਕਰਨਾ ਜਿਹੜਾ ਸ਼ੂਦਰਾਂ ਦਾ ਕੰਮ ਹੁੰਦਾ ਸੀ।
ਇੱਥੋਂ ਦੇ ਜਿਹੜੇ ਲੋਕ ਨੇ ਉਹ ਪਿੰਡਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਸੀਗੇ ਤੇ ਜਿਹੜੇ ਸ਼ਾਕਾਹਾਰੀ ਜਾਂ ਮਾਸਾਹਾਰੀ ਦੋਵਾਂ ਤਰ੍ਹਾਂ ਦਾ ਜਿਹੜਾ ਭੋਜਨ ਇਹ ਕਰਦੇ ਸੀ। ਸ਼ਾਕਾਹਾਰੀ ਕਹਿਣ ਤੋਂ ਭਾਵ ਕਿ ਜਿਨ੍ਹਾਂ ਦੇ ਵਿੱਚ ਦਾਲਾਂ ਸਬਜ਼ੀਆਂ ਜਾਂ ਫਲ ਵਗੈਰਾ ਆ ਜਾਂਦੇ ਨੇ, ਤੇ ਮਾਸਾਹਾਰੀ ਜਿਨ੍ਹਾਂ ਦੇ ਵਿੱਚ ਮਾਸ ਵਗੈਰਾ ਦੀ ਵਰਤੋਂ ਵੀ ਭੋਜਨ ਦੇ ਵਿੱਚ ਕੀਤੀ ਜਾਂਦੀ ਸੀਗੀ। ਹਰੇਕ ਜਿਹੜਾ ਵਿਅਕਤੀ ਸੀ ਉਹਦੇ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਜਿਹੜੀਆਂ ਮੁੱਢਲੀਆਂ ਕਦਰਾਂ ਕੀਮਤਾਂ ਨੇ ਉਹਨਾਂ ਦਾ ਪਾਲਣ ਖੁਦ ਕਰੇ। ਤੇ ਮਨੁੱਖ ਦੇ ਜਿਹੜਾ ਜੀਵਨ ਨੂੰ ਉਸ ਟਾਈਮ ਤੇ ਜਿਹੜਾ 4 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਤੇ ਜਿਸ ਤਰ੍ਹਾਂ ਆਪਾਂ ਪਿੱਛੇ ਗੱਲ ਕੀਤੀ ਹੈਗੀ, ਜਿਹੜਾ ਉਸ ਟਾਈਮ ਦੇ ਸਮਾਜ ਵਿੱਚ 4 ਜਾਤਾਂ ਸੀਗੀਆਂ, ਤੇ ਇਸੇ ਤਰ੍ਹਾਂ ਜਿਹੜਾ ਮਨੁੱਖ ਦਾ ਜੀਵਨ ਸੀਗਾ ਉਹਨੂੰ ਵੀ 4 ਤਰੀਕਿਆਂ ਨਾਲ ਡਿਵਾਈਡ ਕੀਤਾ ਗਿਆ ਸੀ, 4 ਹਿੱਸਿਆਂ ਵਿੱਚ ਵੰਡਿਆ ਗਿਆ ਸੀ ਉਸ ਦੀ ਉਮਰ ਨੂੰ। ਤੇ ਜਿਨ੍ਹਾਂ ਨੂੰ ਕਿ ਆਸ਼ਰਮ ਬੋਲਿਆ ਜਾਂਦਾ ਸੀ। ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਹਿੰਦੂ ਸਮਾਜ ਸੀਗਾ ਉਸਨੇ ਜਿਹੜਾ ਉਮਰ ਨੂੰ 100 ਸਾਲ ਦੇ ਅਕੋਰਡਿੰਗ ਜਿਹੜਾ 25-25 ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀ। ਤੇ ਇਹਦੇ ਵਿੱਚ ਜਿਹੜੇ ਪਹਿਲੀ 25 ਸਾਲ ਸੀ ਉਹ ਬ੍ਰਹਮਚਾਰੀਆਂ ਦਾ ਹੁੰਦਾ ਸੀ, ਜਿਹਨੂੰ ਕਿ ਵਿਦਿਆਰਥੀ ਜੀਵਨ ਬੋਲਿਆ ਜਾਂਦਾ ਸੀ। ਉਸ ਤੋਂ ਬਾਅਦ ਜਿਹੜਾ ਅਗਲੇ 25 ਸਾਲ ਨੇ 50 ਸਾਲ ਦੀ ਉਮਰ ਤੱਕ ਇਹ ਗ੍ਰਹਿਸਥ ਜੀਵਨ ਵਿੱਚ ਨਾਲ ਜਿਹੜਾ ਰਿਲੇਟਡ ਸੀਗਾ, ਜਿਹਦਾ ਕਿ ਪਰਿਵਾਰਕ ਜੀਵਨ ਹੁੰਦਾ ਹੈਗਾ ਹੈ। ਤੇ ਉਸ ਤੋਂ ਬਾਅਦ ਜਿਹੜੇ ਅਗਲੇ 25 ਸਾਲ ਨੇ 75 ਸਾਲ ਦੀ ਉਮਰ ਤੱਕ ਉਸ ਵਿੱਚ ਜਿਹੜਾ ਇਨਸਾਨ ਹੈਗਾ ਉਹ ਗ੍ਰਹਿਸਥ ਜੀਵਨ ਦਾ ਤਿਆਗ ਕਰਕੇ ਵਣਾਂ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜੰਗਲਾਂ ਦੇ ਵਿੱਚ ਉਹਨੂੰ ਨਿਵਾਸ ਕਰਨਾ ਪੈਂਦਾ ਸੀ। ਤੇ 75 ਸਾਲ ਦੀ ਉਮਰ ਤੱਕ ਜਿਹੜਾ ਇਹਨਾਂ ਨੂੰ ਇਸ ਤਰ੍ਹਾਂ ਦੇ ਜੀਵਨ ਦਾ ਪਾਲਣ ਕਰਨਾ ਪੈਂਦਾ ਸੀ। ਤੇ ਉਸ ਤੋਂ ਬਾਅਦ ਜਿਹੜੇ ਨੈਕਸਟ ਵਾਲੇ 25 ਸਾਲ ਹੈਗੇ ਨੇ 100 ਸਾਲ ਦੀ ਉਮਰ ਤੱਕ ਉਹ ਸੰਨਿਆਸ ਗ੍ਰਹਿਣ ਤੱਕ ਜਿਹੜਾ 100 ਸਾਲ ਦੀ ਉਮਰ ਤੱਕ ਉਹ ਸੰਨਿਆਸ ਗ੍ਰਹਿਣ ਕਰਦਾ ਸੀ। ਤੇ ਇਸ ਦੇ ਅਕੋਰਡਿੰਗ ਮਤਲਬ ਜਿਹੜਾ ਹਿੰਦੂ ਸਮਾਜ ਹੈਗਾ ਜਿਸ ਤਰ੍ਹਾਂ ਇਹਨਾਂ ਨੇ ਆਸ਼ਰਮਾਂ ਦੀ ਸਥਾਪਨਾ ਕੀਤੀ ਸੀ, ਇਸ ਦੇ ਅਕੋਰਡਿੰਗ ਜਿਹੜਾ ਇਨਸਾਨ ਹੈਗਾ ਉਹ 100 ਸਾਲ ਤੋਂ ਬਾਅਦ ਜਿਉਂਦਾ ਨਹੀਂ ਰਹਿੰਦਾ, ਉੱਥੇ ਤੱਕ ਚੱਲਦੀ ਉਹਦੀ ਜਿਹੜੀ ਉਹ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈਗੀ। ਇਸ ਤੋਂ ਬਾਅਦ ਆਪਾਂ ਦੇਖਾਂਗੇ ਆਰਥਿਕ ਜੀਵਨ। ਉਸ ਟਾਈਮ ਦੇ ਲੋਕਾਂ ਦਾ ਜਿਹੜਾ ਆਰਥਿਕ ਜੀਵਨ ਕਿਸ ਤਰ੍ਹਾਂ ਦਾ ਸੀ। ਇਹਦੇ ਵਿੱਚ ਜਿਹੜੇ ਲੋਕ ਸੀਗੇ ਉਹ ਖੇਤੀਬਾੜੀ ਤੇ ਪਸ਼ੂ ਪਾਲਣ ਦੇ ਜਿਹੜੇ ਕਾਰਜ ਕਰਦੇ ਸੀਗੇ। ਤੇ ਜਿਹੜਾ ਆਮ ਤੌਰ ਤੇ ਜਿਹੜੇ ਲੋਕ ਸੀਗੇ ਉਹ ਕਿਸਾਨ ਜਿਹੜੇ ਸੀਗੇ ਜਿਹੜੇ ਉਹ ਆਪਣੀ ਜ਼ਮੀਨ ਦੇ ਜਿਹੜੇ ਖੁਦ ਹੀ ਮਾਲਕ ਹੁੰਦੇ ਸੀ। ਤੇ ਕਈ ਥਾਵਾਂ ਤੇ ਇਹ ਵੀ ਦੇਖਣ ਨੂੰ ਮਿਲਦਾ ਕਿ ਜਿਹੜੇ ਕਿਸਾਨ ਨੇ ਉਹ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਹੈ ਤਾਂ ਉਹ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਵੀ ਕਰਦੇ ਸੀਗੇ। ਕਈ ਤਰ੍ਹਾਂ ਦੇ ਅਨਾਜ ਜਿਹੜੇ ਖੇਤਾਂ ਵਿੱਚ ਪੈਦਾ ਕੀਤੇ ਜਾਂਦੇ ਸੀ, ਜਿਨ੍ਹਾਂ ਵਿੱਚ ਕਣਕ, ਚਾਵਲ, ਮੱਕੀ, ਬਾਜਰਾ ਤੇ ਜਵਾਰ ਜਿਹੜੇ ਉਗਾਏ ਜਾਂਦੇ ਸੀ। ਇਸ ਤੋਂ ਇਲਾਵਾ ਵੀ ਜਿਹੜੇ ਖੇਤਾਂ ਵਿੱਚ ਗੰਨਾ, ਤਿਲ, ਸਰੋਂ, ਦਾਲਾਂ ਤੇ ਕਈ ਤਰ੍ਹਾਂ ਦੇ ਹੋਰ ਜਿਹੜੇ ਫਲ ਸਬਜ਼ੀਆਂ ਵੀ ਪੈਦਾ ਕੀਤੀਆਂ ਜਾਂਦੀਆਂ ਸੀ। ਜੇ ਆਪਾਂ ਹੋਰ ਕਿੱਤਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਸ਼ਿਲਪ ਤੇ ਵਪਾਰ ਦੇਖਣ ਨੂੰ ਮਿਲਦੇ ਨੇ। ਇਹਦੇ ਵਿੱਚ ਜਿਹੜਾ ਲੱਕੜੀ ਦਾ ਕੰਮ, ਮਿੱਟੀ ਦੇ ਭਾਂਡੇ ਬਣਾਉਣਾ, ਚਮੜੇ ਦਾ ਕੰਮ, ਕਤਾਈ ਬੁਣਾਈ, ਕਿਸ਼ਤੀਆਂ ਬਣਾਉਣਾ, ਹਰ ਬਣਾਉਣਾ, ਲੁਹਾਰ ਸੁਨਾਰ ਦਾ ਕੰਮ, ਹਾਥੀ ਦੰਦ ਦਾ ਕੰਮ ਤੇ ਹੋਰ ਵੀ ਜਿਹੜੇ ਕੰਮ ਜਿਹੜੇ ਕਿੱਤੇ ਜਿਹੜੇ ਨੇ ਉਹ ਲੋਕਾਂ ਦੁਆਰਾ ਅਪਣਾਏ ਜਾਂਦੇ ਸੀ। ਤੇ ਕੁਝ ਲੋਕ ਜਿਹੜੇ ਨੇ ਉਹ ਸ਼ਿਕਾਰ, ਮੱਛੀ ਫੜਨ, ਨਾਚ ਗਾਣਾ, ਨਾਟਕ ਜਾਂ ਫਿਰ ਸਪੇਰੇ ਦੇ ਕੰਮਾਂ ਦੁਆਰਾ ਵੀ ਜਿਹੜਾ ਆਪਣੇ ਜੀਵਨ ਦਾ ਨਿਰਵਾਹ ਕਰਦੇ ਸੀਗੇ। ਤੇ ਇਹ ਇੱਕ ਹੀ ਜਿਹੜੇ ਵਪਾਰ ਦੇ ਵਿੱਚ ਲੋਕ ਲੱਗੇ ਹੋਏ ਹੁੰਦੇ ਸੀ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਨੇ ਮੱਛੀ ਫੜਨ ਦਾ ਕੰਮ ਕਰਦੇ ਨੇ, ਇਹਨਾਂ ਦਾ ਜਿਹੜਾ ਅਲੱਗ ਗੁੱਟ ਹੋਏਗਾ। ਤੇ ਜਿਹੜੇ ਲੋਕ ਜਿਵੇਂ ਲੱਕੜ ਦਾ ਕੰਮ ਕਰਦੇ ਨੇ, ਇਹਨਾਂ ਦਾ ਅਲੱਗ ਗੁੱਟ ਹੋਏਗਾ। ਉਸੇ ਤਰ੍ਹਾਂ ਜਿਹੜੇ ਇਹ ਜਿਹੜੇ ਗੁੱਟ ਹੁੰਦੇ ਸੀ ਇਹਨਾਂ ਨੂੰ ਸ਼੍ਰੇਣੀ ਬੋਲਿਆ ਜਾਂਦਾ ਸੀ। ਤੇ ਸ਼੍ਰੇਣੀ ਦਾ ਜਿਹੜਾ ਇੱਕ ਮੁਖੀਆ ਹੁੰਦਾ ਸੀ, ਹਰੇਕ ਸ਼੍ਰੇਣੀ ਦਾ ਜਿਹੜਾ ਆਪਣਾ ਇੱਕ ਮੁਖੀਆ ਹੁੰਦਾ ਸੀ। ਸ਼ਿਲਪ ਤੋਂ ਬਾਅਦ 'ਚ ਆਪਾਂ ਗੱਲ ਕਰਾਂਗੇ ਵਪਾਰ ਦੇ ਬਾਰੇ ਵਿੱਚ। ਜਿਹੜਾ ਵਪਾਰ ਸੀਗਾ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਵਿਦੇਸ਼ਾਂ ਨਾਲ ਵੀ ਕੀਤਾ ਜਾਂਦਾ ਸੀ। ਸਾਰੇ ਦੇਸ਼ ਦੇ ਵਿੱਚ ਜਿਹੜਾ ਸੜਕਾਂ ਦਾ ਜਾਲ ਵਿਛਿਆ ਹੋਇਆ ਸੀਗਾ, ਤੇ ਜਿਨ੍ਹਾਂ ਦੇ ਰਾਹੀਂ ਲੋਕ ਦੂਸਰੀਆਂ ਸਟੇਟਸ ਦੇ ਨਾਲ ਜਿਹੜਾ ਵਪਾਰ ਵਗੈਰਾ ਕਰਦੇ ਸੀ। ਤੇ ਜਿਹੜਾ ਕਈ ਰਸਤੇ ਜਿਹੜੇ ਬੰਦਰਗਾਹਾਂ ਤੱਕ ਵੀ ਜਾਂਦੇ ਸੀਗੇ। ਤੇ ਹੋਰ ਰਸਤੇ ਜਿਹੜੇ ਸੀਗੇ ਇਹ ਜਿਹੜੇ ਰਸਤੇ ਨੇ ਅੱਗੇ ਜਿਹੜਾ ਵਿਦੇਸ਼ੀ ਮਾਰਗਾਂ ਨਾਲ ਜਿਹੜੇ ਜੁੜੇ ਹੋਏ ਹੁੰਦੇ ਸੀ। ਨਦੀਆਂ ਤੇ ਜਿਹੜਾ ਸਮੁੰਦਰਾਂ ਵਿੱਚ ਜਿਹੜਾ ਮਾਲ ਹੈਗਾ ਏ ਉਹ ਜਹਾਜ਼ਾਂ ਤੇ ਜਾਂ ਫਿਰ ਕਿਸ਼ਤੀਆਂ ਰਾਹੀਂ ਜਿਹੜਾ ਲਿਜਾਇਆ ਜਾਂਦਾ ਸੀਗਾ। ਵਪਾਰੀਆਂ ਦੇ ਗੁੱਟ ਹੁੰਦੇ ਸੀਗੇ ਜਿਨ੍ਹਾਂ ਨੂੰ ਜਿਹੜਾ ਸਾਰਥਵਾ ਬੋਲਿਆ ਜਾਂਦਾ ਸੀ। ਤੇ ਇਸ ਤੋਂ ਬਾਅਦ ਜਿਹੜਾ ਇਹ ਜਿਹੜੇ ਲੋਕ ਸੀ ਸਾਰਥਵਾ ਹੁੰਦੇ ਸੀ, ਜਿਹੜੇ ਵਸਤੂਆਂ ਨੂੰ ਵਪਾਰ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਸੀਗੇ। ਇਸ ਤੋਂ ਬਾਅਦ ਜਿਹੜਾ ਹੈਗਾ ਇਹ ਭਾਰਤੀ ਜਿਹੜੇ ਸਿੱਕਿਆਂ ਦੀ ਗੱਲ ਕਰੀਏ ਆਪਾਂ, ਵਪਾਰ ਦੇ ਜਿਹੜੇ ਸਿੱਕੇ ਦੀ ਵਰਤੋਂ ਕੀਤੀ ਜਾਂਦੀ ਸੀ ਉਹ ਤਾਂਬੇ ਤੇ ਚਾਂਦੀ ਦੇ ਹੁੰਦੇ ਸੀਗੇ। ਇਹ ਸਿੱਕੇ ਜਿਹੜੇ ਨੇ ਵਜ਼ਨ ਇਹਨਾਂ ਦਾ ਸੇਮ ਹੁੰਦਾ ਸੀਗਾ, ਪਰ ਜਿਹੜਾ ਇਹਨਾਂ ਦਾ ਆਕਾਰ ਹੈਗਾ ਉਹ ਸੇਮ ਨਹੀਂ ਹੁੰਦਾ ਸੀ। ਤੇ ਅਲੱਗ-ਅਲੱਗ ਆਕਾਰ ਦੇ ਹੁੰਦੇ ਸੀ, ਪਰ weight ਇਹਨਾਂ ਦਾ ਸੇਮ ਹੁੰਦਾ ਸੀ। ਜਿਨ੍ਹਾਂ ਦੇ ਉੱਪਰ ਜਿਹੜੀਆਂ ਭਾਂਤ-ਭਾਂਤ ਦੀਆਂ ਸ਼ਕਲਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ। ਤੇ ਇਹਨਾਂ ਨੂੰ ਆਹਤ ਮੁਦਰਾ ਬੋਲਿਆ ਜਾਂਦਾ ਸੀ, ਜਾਂ ਠੱਪੇਦਾਰ ਮੁਦਰਾ ਵੀ ਬੋਲਿਆ ਜਾਂਦਾ ਸੀ। ਆਹਤ ਜਿੱਦਾਂ ਆਪਾਂ ਅੱਜ ਕੱਲ੍ਹ ਕਿਸੇ ਵੀ ਤਰ੍ਹਾਂ ਦੀ ਸਟੈਂਪ ਵਗੈਰਾ ਲਗਾਉਂਦੇ ਹਾਂ ਤਾਂ ਉਹਦੇ ਉੱਤੇ ਜਿਹੜਾ ਉਹਨੂੰ ਆਹਤ ਕੀਤਾ ਜਾਂਦਾ ਹੈ ਜਾਂ ਠੱਪਾ ਲਗਾਇਆ ਜਾਂਦਾ ਹੈ। ਤੇ ਉਸ ਤਰ੍ਹਾਂ ਉਹਦੇ ਉੱਪਰ ਵੀ ਜਿਹੜੀਆਂ ਅਲੱਗ-ਅਲੱਗ ਸ਼ਕਲਾਂ ਉਹਨਾਂ ਦੀਆਂ ਉੱਪਰ ਮੋਹਰਾਂ ਦੇ ਉੱਪਰ ਦੇਖਣ ਨੂੰ ਮਿਲਦੀਆਂ ਸੀਗੀਆਂ। ਭਾਰਤੀ ਜਿਹੜਾ ਮਾਲ ਹੈਗਾ ਉਹਨਾਂ ਦੀ ਵਿਦੇਸ਼ਾਂ ਵਿੱਚ ਜਿਹੜਾ ਕਾਫੀ ਮੰਗ ਸੀਗੀ। ਤੇ ਇਹ ਜਿਹੜਾ ਵਪਾਰ ਹੈਗਾ ਉਹ ਵਿਦੇਸ਼ਾਂ ਤੇ ਨਾਲ-ਨਾਲ ਦੇਸ਼ ਦੇ ਵਿੱਚ ਵੀ ਕੀਤਾ ਜਾਂਦਾ ਸੀ। ਜਿਹੜੇ ਲੋਕ ਨੇ ਉਸ ਟਾਈਮ ਦੇ ਉਹ ਰਾਜੇ ਨੂੰ ਕਰ ਦਿੰਦੇ ਸੀਗੇ। ਤੇ ਇਹਦੇ ਵਿੱਚ ਜਿਹੜਾ ਫਸਲਾਂ ਦੀ ਗੱਲ ਕਰੀਏ ਤਾਂ ਉਹ ਫਸਲ ਦਾ ਜਿਹੜਾ 1/6 ਹਿੱਸਾ, ਜਿਹਨੂੰ 6ਵਾਂ ਭਾਗ ਬੋਲਦੇ ਆ, 1/6 ਹਿੱਸਾ ਜਿਹੜਾ ਕਰ ਦੇ ਰੂਪ ਵਿੱਚ ਕਿਸਾਨਾਂ ਵੱਲੋਂ ਰਾਜੇ ਨੂੰ ਦਿੱਤਾ ਜਾਂਦਾ ਸੀਗਾ। ਤੇ ਕਾਰਖਾਨਾ ਜਿਹੜਾ ਮਾਲ ਬਣਿਆ ਹੁੰਦਾ ਸੀਗਾ, ਤੇ ਉਹ ਵਪਾਰ ਕਰਨ ਵਾਲੇ ਜਿਹੜੀਆਂ ਵਸਤੂਆਂ ਸੀਗੀਆਂ ਉਹਦੇ ਵਿੱਚ ਉਹਨਾਂ ਦੇ ਮੁੱਲ ਦੇ ਅਕੋਰਡਿੰਗ ਹੀ ਉਹਨਾਂ ਤੋਂ ਜਿਹੜਾ ਕਰ ਵਗੈਰਾ ਲਿਆ ਜਾਂਦਾ ਸੀਗਾ।
ਤੇ ਇਸ ਦੇ ਨਾਲ ਜਿਹੜੀ ਇਹ ਵੀਡੀਓ ਹੈਗੀ ਹੈ ਇੱਥੇ ਹੀ ਸਮਾਪਤ ਹੁੰਦੀ ਹੈ। ਉਮੀਦ ਹੈ ਤੁਹਾਨੂੰ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ।